ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਤੇ ਤੁਹਾਡੇ ਨਾਲ ਹਾਂ ਗੁਰਪ੍ਰੀਤ ਸਿੰਘ ਚੱਠਾ। ਚਰਚਾ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਖਾਸ ਖਬਰਾਂ ਨੂੰ ਲੈ ਕੇ, ਜਿਨ੍ਹਾਂ ਦੇ ਵਿੱਚੋਂ ਗੱਲ ਕਰਾਂਗੇ ਲਾਰੈਂਸ ਬਿਸ਼ਨੋਈ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਤੇ ਇਸ ਦੌਰਾਨ ਕਈ ਵੱਡੇ ਖੁਲਾਸੇ ਹੋਏ ਨੇ। ਇਸ ਨੂੰ ਲੈ ਕੇ ਗੱਲਬਾਤ ਕਰਾਂਗੇ। ਨਾਲ ਹੀ ਗੱਲਬਾਤ ਕਰਾਂਗੇ अरविंद केजरीवाल ने पंजाब दौरे ते आके एक वड्डा बयान दिता है तो उस तो बाद सियासी माहौल है जिहड़ा भखदा नज़र आ रहा है। इसनूं लैके भी गलबात करांगे की मायने ने इस बयान दे। नाल ही गल करांगे नवजोत सिंह सिद्धू दे वल्लों एक भावुक ट्वीट किया गया है, आखिर क्यों किया गया है इस दे बारे भी चर्चा करांगे। तो इस प्रोग्राम दे विच साडे नाल शामिल ने सियासी माहिर प्रोफैसर मनजीत सिंह अणखी। सब तो पहलां स्वागत करांगे अणखी साहब, प्रोग्राम च निघा स्वागत है जी। बहुत बहुत शुक्रिया ਚੱਠਾ ਸਾਹਿਬ। अणखी साहब, जिस तरीके दे नाल मीडिया ਦੀਆਂ नज़रां भी ਜਾਂ ਪੰਜਾਬ ਦੇ ਲੋਕਾਂ ਦੀਆਂ नज़रां इस मामले ਦੇ ਉੱਤੇ ने कि आखिर ਲਾਰੈਂਸ ਬਿਸ਼ਨੋਈ ਦੇ ਵੱਲੋਂ ਕੀ ਖੁਲਾਸੇ ਕੀਤੇ ਜਾਂਦੇ ਨੇ ਪੁਲਿਸ ਰਿਮਾਂਡ ਦੇ ਦੌਰਾਨ। ਜਿਸ ਤਰੀਕੇ ਦੇ ਨਾਲ ਇੱਕ ਹਾਈ ਪ੍ਰੋਫਾਈਲ ਕੇਸ ਹੈ ਸਿੱਧੂ ਮੂਸੇਵਾਲੇ ਦਾ, ਉਸ ਨੂੰ ਲੈ ਕੇ ਤਾਂ ਅੱਜ ਰਿਮਾਂਡ ਹਾਸਲ ਕੀਤਾ ਗਿਆ ਸੀ 7 ਦਿਨਾਂ ਦਾ। ਪੁੱਛਗਿੱਛ ਜੋ ਵੀ ਹੋ ਰਹੀ ਹੈ ਹੁਣ ਤੱਕ ਕੀ ਕੁਝ ਤੱਥ ਨਿਕਲ ਕੇ ਸਾਹਮਣੇ ਆਏ ਨੇ? ਚੱਠਾ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਬਿਆਨ ਕੀਤਾ ਕਿ 7 ਦਿਨ ਦਾ ਲਾਰੈਂਸ ਬਿਸ਼ਨੋਈ ਦਾ ਜਿਹੜਾ ਰਿਮਾਂਡ ਸਵੇਰੇ ਹਾਸਲ ਕਰ ਲਿਆ ਗਿਆ ਜੀ, ਔਰ ਸਵੇਰੇ 4 ਵਜੇ ਦੀ ਪੁਲਿਸ ਉਸਦੀ ਪੁੱਛਗਿੱਛ ਕਰ ਰਹੀ ਹੈ ਜੀ। ਵੈਸੇ ਅਗਰ ਅੱਜ ਸਾਰਾ ਦਿਨ ਵੇਖਿਆ ਜਾਵੇ ਤਾਂ ਇੱਕ ਹਾਈ ਵੋਲਟੇਜ ਡਰਾਮਾ ਜਿਹੜਾ ਉਹ ਚੱਲਦਾ ਰਿਹਾ। ਕਦੇ ਪੁਲਿਸ ਜਿਹੜੀ ਆ ਖਾਲੀ ਗੱਡੀਆਂ ਨੂੰ ਲੈ ਕੇ ਕਿਸੇ ਪਾਸੇ ਚਲੀ ਜਾਂਦੀ ਰਹੀ, ਕਦੇ ਕੁਝ ਹੁੰਦਾ ਰਿਹਾ, ਕਦੇ ਕੁਝ ਹੁੰਦਾ ਰਿਹਾ। ਔਰ ਇਹਦੇ ਨਾਲ ਹੀ ਨਾਲ ਜਿਹੜੇ ਦੋ ਹੋਰ ਬੰਦੇ ਨੇ ਜਿਹੜੇ ਸਮਝਿਆ ਜਾਂਦਾ ਕਿ ਹਥਿਆਰਾਂ ਦੀ ਸਮਗਲਿੰਗ, ਉਹਨਾਂ ਨੂੰ ਵੀ ਮਾਨਸਾ ਕੋਰਟ 'ਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਵੀ ਜਿਹੜਾ 22 ਜੂਨ ਤੱਕ ਜਿਹੜਾ ਉਹ ਲੈ ਲਿਆ ਗਿਆ। ਹੁਣ ਇਹ ਜੋ ਕੁਝ ਅੱਜ ਸਾਰਾ ਦਿਨ ਲਾਰੈਂਸ ਬਿਸ਼ਨੋਈ ਦੇ ਨਾਲ ਹੋਇਆ ਔਰ ਜਿਸ ਤਰੀਕੇ ਨਾਲ ਮੀਡੀਆ ਉਸਨੂੰ ਕਵਰੇਜ ਦੇ ਰਿਹਾ, ਬਹੁਤ ਕੁਝ ਇਹੋ ਜਿਹੇ ਤੱਥ ਨੇ ਜਿਹੜੇ ਸਾਹਮਣੇ ਨਵੇਂ ਤੱਥ ਜਿਹੜੇ ਸਾਹਮਣੇ ਆ ਰਹੇ ਨੇ। ਪਰ ਅਜੇ ਤੱਕ ਕੋਈ ਵੀ ਅਧਿਕਾਰਤ ਤੌਰ ਤੇ ਕਿਸੇ ਵੀ ਵਿਅਕਤੀ ਨੇ ਕੋਈ ਵੀ ਜਿਹੜੀ ਜਾਣਕਾਰੀ ਆ ਉਹ ਮੁਹੱਈਆ ਨਹੀਂ ਕੀਤੀ। ਜਿਹੜੇ ਆਮ ਤੌਰ ਤੇ ਅਸੀਂ ਨਿਊਜ਼ ਜਿਹੜੀਆਂ ਮੀਡੀਆ ਸੂਤਰਾਂ ਤੋਂ ਜਿਹੜੀਆਂ ਮਿਲਦੀਆਂ ਪਈਆਂ ਨੇ ਉਹ ਜ਼ਿਆਦਾਤਰ ਉਹ ਕੈਫੇ ਹੀ ਹਨ ਜਿਸ ਤਰੀਕੇ ਨਾਲ ਮੀਡੀਆ ਲੋਕ ਜਿਹੜੇ ਲਾਉਂਦੇ ਨੇ। ਜੇਕਰ ਅਸੀਂ ਗੱਲ ਕਰੀਏ ਕੋਈ ਪੁਖਤਾ ਜਾਣਕਾਰੀ ਦੀ, ਪੁਖਤਾ ਜਾਣਕਾਰੀ ਜਿਹੜੀ ਆ ਉਹ ਸਾਡੇ ਕੋਲ ਅਜੇ ਤੱਕ ਕੋਈ ਪੁਲਿਸ ਵੱਲੋਂ ਅਧਿਕਾਰਤ ਤੌਰ ਤੇ ਜਿਹੜੀ ਨਹੀਂ ਦਿੱਤੀ ਗਈ ਤੇ ਨਾ ਹੀ ਸਾਡੇ ਕੋਲ ਪਹੁੰਚੀ ਹੈ। ਔਰ ਦੂਸਰੇ ਪਾਸੇ ਜਿਹੜੇ ਅਨਮੋਲ ਰਤਨ ਸਿੱਧੂ ਨੇ ਜੀ, ਮਾਫ ਕਰਨਾ, ਉਹਨਾਂ ਨੇ ਵੀ ਇੱਕ ਨਿੱਜੀ ਚੈਨਲ ਤੇ ਗੱਲਬਾਤ ਕਰਦੇ ਆ ਉਸ ਨੂੰ ਪ੍ਰਕਿਰਿਆ ਜਿਹੜੀ ਆ ਉਹ ਲਿਆਉਣ ਦੀ, ਉਹ ਸਾਰਾ ਕੁਝ ਦੱਸਣ ਦਾ ਯਤਨ ਕੀਤਾ ਤੇ ਇੱਕ ਕਿਸਮ ਨਾਲ ਲਾਰੈਂਸ ਬਿਸ਼ਨੋਈ ਦੀ ਜਿਹੜੀ ਕਸਟਡੀ ਆ ਉਹਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇੱਕ ਅਹਿਮ ਪ੍ਰਾਪਤੀ ਜਿਹੜੀ ਆ ਉਹਨਾਂ ਨੇ ਦੱਸਿਆ ਹੈ ਅਨਮੋਲ ਰਤਨ ਸਿੱਧੂ ਨੇ। ਖੈਰ, ਹਰ ਵਿਅਕਤੀ ਨੇ ਆਪੋ ਆਪਣੀ ਜਿਹੜੀ ਗੱਲ ਆ ਉਹ ਕਰਨੀ ਆ। ਤੁਸੀਂ ਪ੍ਰਸ਼ਨ ਜਿਹੜਾ ਉਹ ਮੈਨੂੰ ਕੀਤਾ ਕਿ ਇਹਦੇ ਵਿੱਚੋਂ ਕੀ ਜਾਣਕਾਰੀ ਸਾਹਮਣੇ ਆਈ ਆ। ਅਜੇ ਤੱਕ ਤਾਂ ਜੋ ਸੂਤਰਾਂ ਤੋਂ ਜਾਣਕਾਰੀ ਮਿਲੀ ਆ, ਜਿਹੜੇ ਦੋ ਗੈਂਗਸਟਰ ਜਿਹੜੇ ਪਹਿਲਾਂ ਅਰੈਸਟ ਕੀਤੇ ਗਏ ਸਨ ਲਾਰੈਂਸ ਬਿਸ਼ਨੋਈ ਤੇ ਉਹਨਾਂ ਨੂੰ ਆਮਣੇ ਸਾਹਮਣੇ ਬਿਠਾ ਕੇ ਗੱਲਬਾਤ ਜਿਹੜੀ ਆ ਉਹ ਕੀਤੀ ਗਈ ਆ। ਉਹਨਾਂ ਨੂੰ ਇੱਕ ਦੂਜੇ ਤੋਂ ਸਵਾਲ ਜਿਹੜੇ ਨੇ ਉਹ ਪੁੱਛੇ ਗਏ ਨੇ ਔਰ ਉਸਦੇ ਨਾਲ ਹੀ ਨਾਲ ਇਹ ਵੀ ਗੱਲ ਵੇਖੀ ਗਈ ਆ ਕਿ ਜਿਹੜੇ ਹਥਿਆਰ ਇਸ ਸਾਰੇ ਇਨਸੀਡੈਂਟ 'ਚ ਵਰਤੇ ਗਏ ਉਹਨਾਂ ਹਥਿਆਰਾਂ ਦੀ ਬਰਾਮਦਗੀ ਵਾਸਤੇ ਪੁਲਿਸ ਜਿਹੜੀ ਆ ਉਹ ਜਾ ਰਹੀ ਆ ਤੇ ਸਮਝਿਆ ਜਾ ਰਿਹਾ ਕਿ ਉਹ ਹਰਿਆਣੇ ਦੇ ਕਈ ਖੇਤਰ ਦੇ ਵਿੱਚ ਉਹ ਹਥਿਆਰ ਜਿਹੜੇ ਨੇ ਸ਼ਾਇਦ ਪੁਲਿਸ ਉਹਨਾਂ ਨੂੰ ਬਰਾਮਦ ਜਿਹੜਾ ਉੱਥੋਂ ਕਰ ਸਕਦੀ ਹੈ। ਬਾਕੀ ਚੱਠਾ ਸਾਹਿਬ, ਜਿਸ ਤਰੀਕੇ ਨਾਲ ਗੱਲ ਕੀਤੀ ਗਈ ਸਿੱਧੂ ਮੂਸੇਵਾਲੇ ਦਾ ਕਤਲ ਜਿਹੜਾ ਇੱਕ ਹਾਈ ਪ੍ਰੋਫਾਈਲ ਜਿਹੜਾ ਮਰਡਰ ਹੈ, ਤਾਂ ਇਹਦੇ ਕਰਕੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬੀਤੇ ਦਿਨ ਬੈਕਫੁੱਟ ਤੇ ਜਾਂਦੀ ਮਹਿਸੂਸ ਹੋਈ ਔਰ ਦੂਜੇ ਪਾਸੇ ਵਿਰੋਧੀ ਧਿਰਾਂ ਨੇ ਵੀ ਜਿਹੜਾ ਸਰਕਾਰ ਨੂੰ ਆਪਣਾ ਵਿਅੰਗ ਦਾ ਕੇਂਦਰ ਬਣਾਇਆ। ਸੋ ਸਰਕਾਰ ਦਾ ਇਹ ਯਤਨ ਰਹੇਗਾ। ਜਿਸ ਤਰੀਕੇ ਨਾਲ ਅਨਮੋਲ ਰਤਨ ਸਿੱਧੂ ਨੇ ਵੀ ਇਹ ਗੱਲਬਾਤ ਕਰਦਿਆਂ ਗੱਲ ਕਹੀ ਆ ਕਿ ਜਿਹੜੀਆਂ ਕਾਨੂੰਨ ਦੀਆਂ ਪ੍ਰਕਿਰਿਆਵਾਂ ਨੇ ਜਾਂ ਕਾਨੂੰਨੀ ਜਟਲਤਾਵਾਂ ਨੇ ਉਹ ਪੂਰਨ ਤੌਰ ਤੇ ਹੱਲ ਕਰਕੇ ਜਲਦ ਤੋਂ ਜਲਦ ਜਿਹੜਾ ਚਲਾਨ ਉਹ ਪੇਸ਼ ਕੀਤਾ ਜਾਵੇਗਾ ਤਾਂ ਜੋ ਉਹਨਾਂ ਮਾਪਿਆਂ ਨੂੰ ਇਨਸਾਫ ਮਿਲ ਸਕੇ ਜਿਨ੍ਹਾਂ ਦਾ ਜਵਾਨ ਪੁੱਤ ਚਲਾ ਗਿਆ, ਜਿਸ ਨੇ ਕਦੇ ਵਾਪਸ ਜਿਹੜਾ ਉਹ ਨਹੀਂ ਪਰਤਣਾ। ਸੋ ਇਹੋ ਜਿਹੀਆਂ ਗੱਲਾਂ ਨੇ। ਬਾਕੀ ਲਾਰੈਂਸ ਬਿਸ਼ਨੋਈ ਦੇ ਸੰਬੰਧੀ ਅਜੇ ਤੱਕ ਜੇਕਰ ਕਹੀਏ ਕਿ ਪੁਲਿਸ ਨੂੰ ਕੋਈ ਪੁਖਤਾ ਜਾਣਕਾਰੀ ਪ੍ਰਦਾਨ ਕੀਤੀ ਹੋਵੇ ਜਾਂ ਉਸਨੇ ਇਸ ਸਾਰੇ ਇਨਵੋਲਵਮੈਂਟ ਦੇ ਵਿੱਚ ਆਪਣੀ ਇਨਵੋਲਵਮੈਂਟ ਮਾਫ ਕਰਦਾ ਇਸ ਘਟਨਾ ਦੇ ਵਿੱਚ ਆਪਣੀ ਇਨਵੋਲਵਮੈਂਟ ਬਣਨੀ ਹੋਵੇ, ਇਹੋ ਜਿਹਾ ਅਜੇ ਤੱਕ ਕਿਸੇ ਅਧਿਕਾਰਤ ਤੌਰ ਤੇ ਕੋਈ ਵੀ ਜਾਣਕਾਰੀ ਜਿਹੜੀ ਆ ਸਰਕਾਰ ਦੇ ਪੱਖੋਂ ਜਾਂ ਪੁਲਿਸ ਦੇ ਪੱਖੋਂ ਜਿਹੜੀ ਆ ਉਹ ਨਹੀਂ ਦਿੱਤੀ ਗਈ। ਬਾਕੀ ਹਾਂ, ਮੀਡੀਆ ਤੋਂ ਜਾਣਕਾਰੀ ਹੈ, ਜੋ ਮੀਡੀਆ ਸੂਤਰਾਂ ਤੋਂ ਜਾਣਕਾਰੀ ਸਾਡੇ ਸੱਜਣ ਮਿੱਤਰ ਜੋ ਖਬਰਾਂ ਦੇ ਰਹੇ ਨੇ
ਉਹਨਾਂ ਦੇ ਅਨੁਸਾਰ ਇਹੋ ਹੀ ਆ ਕਿ ਪੁਲਿਸ ਅਜੇ ਕੜੀਆਂ ਜੋੜਦੀ ਪਈ ਆ ਲਾਰੈਂਸ ਬਿਸ਼ਨੋਈ ਨੂੰ ਤੇ ਜਿਹੜੇ ਦੋ ਗੁਰਗੇ ਜਿਹੜੇ ਨੇ ਗੋਲਡੀ ਬਰਾੜ ਦੇ ਜਿਹੜੇ ਹਥਿਆਰਾਂ ਦੀ ਸਮਗਲਿੰਗ ਕਰਦੇ ਨੇ ਉਹਨਾਂ ਨੂੰ ਆਮੋ ਸਾਹਮਣੇ ਬਣਾ ਕੇ ਕੜੀਆਂ ਜੋੜਨ ਦਾ ਯਤਨ ਜਿਹੜਾ ਆ ਉਹ ਕੀਤਾ ਜਾ ਰਿਹਾ। ਹੁਣ ਇਹ ਕੜੀਆਂ ਕਿੰਨੀ ਪੁਖਤਗੀ ਦੇ ਨਾਲ ਆਪਸ ਚ ਜੁੜਦੀਆਂ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਇਹ ਬਾਕੀ ਲਾਰੈਂਸ ਬਿਸ਼ਨੋਈ ਵਾਸਤੇ ਅੱਜ ਸਾਰਾ ਦਿਨ ਜਿਹੜੀਆਂ ਚਰਚਾਵਾਂ ਗਰਮ ਰਹੀਆਂ, ਕਦੇ ਉਸਦੇ ਵਿਹਾਰ ਦੀ, ਕਦੇ ਉਸਦੇ ਵਤੀਰੇ ਦੀ, ਤੇ ਪੁਲਿਸ ਜਿਹੜੀ ਆ ਦੇਖਦੇ ਹਾਂ ਕਿ ਪੁਲਿਸ ਕਿਸ ਹੱਦ ਤੱਕ ਇਸ ਮਸਲੇ ਨੂੰ ਜਲਦ ਤੋਂ ਜਲਦ ਸੁਲਝਾਉਣ ਦਾ ਜਿਹੜਾ ਉਹ ਯਤਨ ਕਰਦੀ ਜੀ। ਬਿਲਕੁਲ, ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਹੱਲ ਕੀਤਾ ਜਾਂਦਾ ਹੈ। ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ, ਤੇ ਨਾਲ ਹੀ ਅਣਖੀ ਸਾਹਿਬ ਜਿਸ ਤਰੀਕੇ ਦੇ ਨਾਲ ਅੱਜ ਅਰਵਿੰਦ ਕੇਜਰੀਵਾਲ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਆਏ ਤਾਂ ਸੀਗੇ ਜਿਹੜਾ ਸਰਕਾਰੀ ਵੋਲਵੋ ਬੱਸਾਂ ਨੂੰ ਹਰੀ ਝੰਡੀ ਦੇਣ ਦੇ ਲਈ, ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਗੈਂਗਸਟਰਾਂ ਦਾ ਜਿਹੜਾ ਮੁੱਦਾ ਹੈ ਉਹ ਵੀ ਕਿਤੇ ਨਾ ਕਿਤੇ ਗੰਭੀਰ ਹੈ, ਭਖਦਾ ਨਜ਼ਰ ਆ ਰਿਹਾ, ਤਾਂ ਉਸ ਨੂੰ ਲੈ ਕੇ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਹੈ ਤਾਂ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਵੀ ਸਾਧਦੇ ਨੇ। ਤੇ ਜਿਹੜਾ ਅਰਵਿੰਦ ਕੇਜਰੀਵਾਲ ਦਾ ਬਿਆਨ ਸੀਗਾ ਉਹਦੇ ਪਿੱਛੇ ਸਿਆਸਤ ਕੀ ਨਜ਼ਰ ਆ ਰਹੀ ਹੈ? ਸਿਆਸਤ ਆਪਣੇ ਚੱਠਾ ਸਾਹਿਬ ਇਹ ਹੈ ਕਿ ਜਿਸ ਦਿਨ ਦਾ ਸਿੱਧੂ ਮੂਸੇਵਾਲ ਦਾ ਕਤਲ ਹੋਇਆ ਜੀ, ਜਾਂ ਜਦੋਂ ਦੀ ਸਰਕਾਰ ਬਣੀ ਆ ਉਦੋਂ ਤੋਂ ਹੀ ਪੰਜਾਬ ਦੇ ਅੰਦਰ ਜਿਹੜੀਆਂ ਵੀ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ, ਚਾਹੇ ਛੋਟੀਆਂ ਮੋਟੀਆਂ, ਚਾਹੇ ਪਟਿਆਲਾ ਜਾਂ ਕੋਈ ਵੀ, ਇੱਕਦਮ ਜਿਹੜੀਆਂ ਵਿਰੋਧੀ ਰਵਾਇਤੀ ਪਾਰਟੀਆਂ ਨੇ ਉਹ ਆਮ ਆਦਮੀ ਪਾਰਟੀ ਨੂੰ ਘੇਰਨ ਦੀ ਮਿੰਟ ਚ ਉਹ ਘੇਰ ਦਿੰਦੀਆਂ ਨੇ, ਘੇਰਨ ਤੋਂ ਉਹ ਗੁਰੇਜ਼ ਨਹੀਂ ਕਰਦੀਆਂ। ਤਾਂ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਘਟਨਾ ਸੀ ਸਿੱਧੂ ਮੂਸੇਵਾਲ ਦਾ ਕਤਲ ਸੀ। ਤਾਂ ਕੁਦਰਤੀ ਤੌਰ ਤੇ ਜੇ ਕਿਉਂਕਿ ਇਹ ਮਸਲਾ ਉਦੋਂ ਸਾਹਮਣੇ ਆਇਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਕਿਉਰਿਟੀ ਜਿਹੜੀ ਵਾਪਸ ਲੈ ਲਈ ਗਈ ਸੀ VIP ਸੀ, ਤਾਂ VIP ਦੀ ਸਿਕਿਉਰਿਟੀ ਵਾਪਸ ਲੈਣ ਦੇ ਅਗਲੇ ਦਿਨ ਸਿੱਧੂ ਮੂਸੇਵਾਲ ਦਾ ਕਤਲ ਹੋ ਜਾਂਦਾ। ਸੋ ਉਹੋ ਜਿਹੀ ਪ੍ਰਕਿਰਿਆ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਆਮ ਆਦਮੀ ਪਾਰਟੀ ਜ਼ਰੂਰ ਆ ਗਈ, ਇਹ 'ਚ ਕੋਈ ਸ਼ੱਕ ਨਹੀਂ। ਡੈਮੇਜ ਕੰਟਰੋਲ ਜਿਹੜਾ ਹੋਇਆ ਉਸ ਨੂੰ ਡੈਮੇਜ ਕਹਿ ਸਕਦੇ ਕਿ ਬੈਕਫੁੱਟ ਤੇ ਜਾਂਦੀ ਮਸੂਦ ਜਿਹੜੀ ਪਾਰਟੀ ਜਿਹੜੀ ਹੋਈ ਸੀ। ਖੈਰ, ਤਾਂ ਹਰ ਵਿਰੋਧੀ ਪਾਰਟੀ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਟਾਰਗੇਟ ਕੀਤਾ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ। ਹੁਣ ਜਿਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਚੋਣਾਂ ਤੋਂ ਬਾਅਦ ਉਹਨਾਂ ਦੀ ਉਹ ਕਹਿ ਰਹੇ ਨੇ ਕਿ ਮੇਰੀ ਪਹਿਲੀ ਫੇਰੀ ਆ, ਤੇ ਅੱਜ ਉਹਨਾਂ ਨੇ ਵਿਰੋਧੀ ਪਾਰਟੀਆਂ ਦੇ ਉਹਨਾਂ ਜਿਹੜੇ ਉਹਨਾਂ ਦੇ ਇਲਜ਼ਾਮ ਲਗਾਏ ਗਏ ਨੇ ਜਾਂ ਇਲਜ਼ਾਮ ਲਾਏ ਜਾ ਰਹੇ ਨੇ, ਉਹਨਾਂ ਦਾ ਇੱਕ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਨੇ ਜਿਹੜਾ ਜਵਾਬ ਆ ਉਹ ਦਿੱਤਾ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਗੈਂਗਸਟਰਾਂ ਵਾਲੀ ਗੱਲ ਕੀਤੀ ਆ ਕਿ ਬੜੀ ਵਧੀਆ ਉਹਨਾਂ ਕਹਿੰਦੇ ਗੱਲ ਕਰਦਿਆਂ ਨਿਕਲ ਕੇ ਜਿਹੜੇ ਗੈਂਗਸਟਰ ਨੇ ਇਹ ਮਾਨ ਸਾਹਿਬ ਥੋੜਾ ਬਸ ਭਰ ਕੇ ਲੈਂਦੀ ਆ। ਗੈਂਗਸਟਰ ਕਿਹਨਾਂ ਨੇ ਪੈਦਾ ਕੀਤੇ? ਤਾਂ ਗੈਂਗਸਟਰ ਪੈਦਾ ਕਰਨ ਦੇ ਸੰਬੰਧ ਵਿੱਚ ਉਹਨਾਂ ਨੇ ਅਕਾਲੀ ਦਲ ਤੇ ਕਾਂਗਰਸ ਪਾਰਟੀ ਦਾ ਨਾਂ ਲੈ ਬਿਨਾਂ ਇਹੋ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਹਨਾਂ ਨੂੰ ਪੈਦਾ ਕੀਤਾ ਤੇ ਇਹੋ ਹੀ ਇਹਨਾਂ ਦੇ ਚਾਚੇ ਭਤੀਜੇ ਸੀ, ਇਹੋ ਹੀ ਇਹਨਾਂ ਦੀ ਛਤਰਛਾਇਆ ਸੀ, ਜਿਸ ਕਰਕੇ ਪੰਜਾਬ ਵਿੱਚ ਗੈਂਗਵਾਰ ਵਧਿਆ। ਤੇ ਗੈਂਗਵਾਰ ਵਧਣ ਦੇ ਕਰਕੇ ਕਿਉਂ ਵਧਿਆ? ਕਿਉਂਕਿ ਸਰਕਾਰ ਦੇ ਵਿੱਚ ਇਹਨਾਂ ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਲੋਕ ਸਨ, ਜਿਸ ਕਰਕੇ ਇਹ ਵਧੇ ਫੁੱਲੇ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਜਿਸ ਦਾ ਨਿਸ਼ਾਨਾ ਆਮ ਲੋਕ ਬਣੇ। ਨਾਲ ਹੀ ਉਹਨਾਂ ਨੇ ਇੰਨੀ ਗੱਲ ਕਹੀ, ਕਹਿੰਦਾ ਹੁਣ ਸਰਕਾਰ ਦੇ ਵਿੱਚ ਅਜਿਹਾ ਕੁਝ ਨਹੀਂ ਹੈ, ਸਰਕਾਰ ਦੇ ਵਿੱਚ ਕੋਈ ਵੀ ਇਹਨਾਂ ਦਾ ਚਾਚਾ ਤਾਇਆ ਭੂਆ ਫੁੱਫੜ ਨਹੀਂ ਹੈਗਾ। ਸੋ ਹੁਣ ਗੈਂਗਸਟਰਾਂ ਨੂੰ ਸਖਤੀ ਨਾਲ ਨੱਪਿਆ ਜਾਏਗਾ, ਹਰ ਤਰੀਕੇ ਦਾ ਕੋਈ ਕੰਪਰੋਮਾਈਜ਼ ਜਿਹੜਾ ਨਹੀਂ ਹੋਏਗਾ। ਉਹਨਾਂ ਨੇ ਪਟਿਆਲਾ ਦੀ ਘਟਨਾ ਦੀ ਗੱਲ ਕੀਤੀ ਕਿ ਪਟਿਆਲਾ ਘਟਨਾ ਦਾ ਵੀ ਜਿਹੜੇ ਸੰਬੰਧਤ ਦੋਸ਼ੀ ਸਨ ਫੜ ਲਏ ਗਏ। ਜਿਹੜੇ ਸੰਦੀਪ ਵਾਲੀ ਜਿਹੜਾ ਕਬੱਡੀ ਖਿਡਾਰੀ ਸੀ ਉਸਦੇ ਕਾਤਲਾਂ ਦੇ ਸੰਬੰਧੀ ਵੀ ਗੱਲ ਉਹਨਾਂ ਨੇ ਕੀਤੀ ਕਿ ਉਹ ਵੀ ਫੜ ਕੇ ਜੇਲ੍ਹ 'ਚ ਦੇ ਦਿੱਤੇ ਗਏ, ਜੇਲ੍ਹ 'ਚ ਨੇ। ਤੇ ਜਿਹੜਾ ਮੋਹਾਲੀ ਬੰਬ ਅਟੈਕ ਹੋਇਆ ਸੀ ਉਹਦੇ ਸੰਬੰਧੀ ਵੀ ਗੱਲ ਕੀਤੀ ਕਿ ਦੋਸ਼ੀ ਜਿਹੜੇ ਉਹਦੇ ਫੜ ਲਏ ਗਏ। ਕਹਿਣ ਦਾ ਭਾਵ ਕਿ ਅਰਵਿੰਦ ਕੇਜਰੀਵਾਲ ਨੇ ਅੱਜ ਆਪਣੀ ਬੱਸ ਜਦੋਂ ਚਲਾਉਣੀ ਹਰੀ ਝੰਡੀ ਦੇਣ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਆ ਇਹਦੀ ਪਿੱਠ ਥਾਪੜੀ ਆ, ਔਰ ਲਾਰੈਂਸ ਬਿਸ਼ਨੋਈ ਦੀ ਕਸਟਡੀ ਨੂੰ ਇੱਕ ਬਹੁਤ ਵੱਡਾ ਅਸੀਂ ਕਹਿ ਸਕਦੇ ਹਾਂ ਆਪਣੀ ਪ੍ਰਾਪਤੀ ਦੱਸਦਿਆਂ ਹੋਇਆ ਵਿਰੋਧੀ ਪਾਰਟੀਆਂ ਨੂੰ ਉਹਨਾਂ ਨੇ ਨਿਸ਼ਾਨੇ ਤੇ ਲਿਆਇਆ। ਜਿਸ ਤਰ੍ਹਾਂ ਵਿਰੋਧੀ ਪਾਰਟੀਆਂ ਪਹਿਲਾਂ ਭਗਵੰਤ ਮਾਨ ਨੂੰ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੈਂਦੀਆਂ ਰਹੀਆਂ ਨੇ, ਤਾਂ ਇਹ ਸ਼ਾਇਦ ਇਸੇ ਹੀ ਕਾਰਨ ਆ ਕਿਉਂਕਿ 23 ਜੂਨ ਨੂੰ ਜਿਹੜੀ ਆ ਇਲੈਕਸ਼ਨ ਜਿਹੜੀ ਹੋਣੀ ਆ, ਥੋੜੇ ਦਿਨ ਰਹਿ ਗਏ ਨੇ, ਹਫ਼ਤਾ ਕੁ ਰਹਿ ਗਿਆ ਉਸ ਇਲੈਕਸ਼ਨ ਹੋਣ ਦੇ ਵਿੱਚ, ਤਾਂ ਉਹ ਸਾਰੇ ਸਿਨੈਰੀਓ ਦੇ ਵਿੱਚ ਜ਼ਰੂਰੀ ਆ ਕਿ ਲੋਕਾਂ ਨੂੰ ਆਪਣੀਆਂ ਅਹਿਮ ਪ੍ਰਾਪਤੀਆਂ, ਗਿਣਨਯੋਗ ਪ੍ਰਾਪਤੀਆਂ ਦੱਸ ਕੇ ਦੱਸਿਆ ਜਾਵੇ। ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਬਿਆਨ ਜਿਹੜੇ ਅਸੀਂ ਕਹਿ ਸਕਦੇ ਹਾਂ ਸਿਆਸਤ ਤੋਂ ਪ੍ਰੇਰਿਤ ਨੇ। ਜ਼ਰੂਰੀ ਇਹ ਕਿਉਂਕਿ ਹਰ ਬੰਦੇ ਨੇ ਸਿਆਸਤ ਕਰਨੀ ਹੈ, ਚਾਹੇ ਉਹ ਸੁਖਬੀਰ ਸਿੰਘ ਬਾਦਲ ਹੋਣੀ ਹੋਣ, ਚਾਹੇ ਸਿਮਰਨਜੀਤ ਸਿੰਘ ਮਾਨ ਹੋਣੀ ਹੋਣ, ਚਾਹੇ ਰਾਜਾ ਵੜਿੰਗ ਹੋਵੇ, ਚਾਹੇ ਅਰਵਿੰਦ ਕੇਜਰੀਵਾਲ ਹੋਵੇ। ਤਾਂ ਸਿਆਸਤ ਤੋਂ ਪ੍ਰੇਰਿਤ ਬਿਆਨ ਉਹਨਾਂ ਨੇ ਇਹ ਦੱਸਦਿਆਂ ਗੈਂਗਵਾਰ ਵਾਸਤੇ ਕਲੀਅਰ ਕੱਟ ਉਹਨਾਂ ਨੇ ਪਿਛਲੀਆਂ ਸਰਕਾਰਾਂ ਨੂੰ ਦੋਸ਼ੀ ਠਹਿਰਾਇਆ। ਉਹਨਾਂ ਨੇ ਇਹ ਗੱਲ ਕਹੀ ਕਿ ਜੋ ਪਿਛਲੀਆਂ ਸਰਕਾਰਾਂ 'ਚ ਹੁੰਦਾ ਰਿਹਾ
ਹੁਣ ਗਾਂ ਨਹੀਂ ਹੁਣ ਦਿੱਤਾ ਜਾਏਗਾ ਤੇ ਜਿਹੜਾ ਵੀ ਕੋਈ ਆਏਗਾ ਉਸ ਨੂੰ ਸਖਤੀ ਦੇ ਨਾਲ ਨਿਪਟਿਆ ਜਾਏਗਾ। ਆਹ ਬੜਾ ਉਹਨਾਂ ਨੇ ਸ਼ਬਦ ਜਿਹੜਾ ਵਰਤਿਆ ਕਿ ਸਖਤੀ ਨਾਲ ਸਭ ਕੁਝ ਕੁਚਲ ਕੇ ਰੱਖ ਦਿੱਤਾ ਜਾਏਗਾ। ਹੁਣ ਇਹ ਦੇਖਣਾ ਹੋਵੇਗਾ ਕਿ ਇਹਨਾਂ ਬਿਆਨਾਂ ਤੋਂ ਬਾਅਦ ਜਿਹੜੀ ਸਿਆਸਤ ਆ ਕਿਸ ਤਰੀਕੇ ਨਾਲ ਗਰਮਾਉਂਦੀ ਹੈ ਤੇ ਉਹ ਵੀ ਗਰਮਾਉਂਦੀ ਹੈ ਜਾਂ ਨਹੀਂ ਗਰਮਾਉਂਦੀ। ਸਭ ਤੋਂ ਪਹਿਲਾਂ ਤਾਂ ਇਹ ਹੁਣ ਵੇਖਣਾ ਹੋਵੇਗਾ ਕਿ ਲਾਰੈਂਸ ਬਿਸ਼ਨੋਈ ਦੀ ਇੱਕ ਸਟੱਡੀ ਨੂੰ, ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਅਹਿਮ ਪ੍ਰਾਪਤੀ ਮੰਨਦੀ ਪਈ ਹੈ, ਕਿ ਕਿਉਂਕਿ ਇਹਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਕਹੀ ਅਰਵਿੰਦ ਕੇਜਰੀਵਾਲ ਨੇ ਕਿ ਕਿਉਂਕਿ ਪਿਛਲੀਆਂ ਸਰਕਾਰਾਂ ਲਾਰੈਂਸ ਬਿਸ਼ਨੋਈ ਨੂੰ ਲਿਆਉਣ ਵਿੱਚ ਹਮੇਸ਼ਾ ਅਸਫਲ ਰਹੀਆਂ ਜਾਂ ਉਹ ਲਿਆਉਣਾ ਹੀ ਨਹੀਂ ਸਨ ਚਾਹੁੰਦੀਆਂ, ਪਰ ਅਸੀਂ ਲੈ ਕੇ ਆਏ। ਇਹ ਕਲੀਅਰ ਕੱਟ ਉਹਨਾਂ ਨੇ ਇਲਜ਼ਾਮ ਲਾਇਆ। ਤਾਂ ਇਹੋ ਜਿਹੇ ਸੰਬੰਧ ਹੁਣ ਇਹ ਵੇਖਣਾ ਹੋਵੇਗਾ ਕਿ ਵਿਰੋਧੀ ਧਿਰਾਂ ਦਾ ਕੀ ਜਵਾਬ ਦਿੰਦੀ ਹੈ ਜਾਂ ਕੀ ਨਹੀਂ ਦਿੰਦੀ। ਉਹਨਾਂ ਨੇ ਤਾਂ ਚਲੋ ਜਵਾਬ ਦੇਣੇ ਆ। ਹੁਣ ਵੇਖਣਾ ਇਹ ਹੋਏਗਾ ਕਿ ਆਉਂਦੇ ਕੁਝ ਦਿਨਾਂ ਦੇ ਵਿੱਚ ਪੰਜਾਬ ਦੇ ਅੰਦਰ ਜਿਹੜਾ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਉਹਦੇ ਉੱਤੇ ਕੀ ਕਾਬੂ ਪਾਇਆ ਜਾ ਸਕਦਾ, ਕੀ ਕਾਬੂ ਪਾਉਂਦੇ ਨੇ, ਜਿਸ ਤਰੀਕੇ ਨਾਲ ਲੀਗਲ ਸੈੱਲ ਜਿਹੜਾ ਪੰਜਾਬ ਸਰਕਾਰ ਦਾ ਪੂਰਾ ਐਕਟਿਵ ਆ, ਕੀ ਹੁਣ ਪੁਲਿਸ ਦਾ ਜਿਹੜੀ AGTF ਹੈ ਜਾਂ ਹੋਰ ਇਹੋ ਜਿਹੀ ਜਿਹੜੀਆਂ SIT ਨੇ ਉਹ ਆਪਣੀ ਭੂਮਿਕਾ ਕਿਸ ਤਰ੍ਹਾਂ ਨਿਭਾਉਂਦੇ ਨੇ ਤੇ ਪੰਜਾਬ ਪੁਲਿਸ ਕਿਸ ਤਰੀਕੇ ਨਾਲ ਪੰਜਾਬ ਦੇ ਅੰਦਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਬੂ ਵਿੱਚ ਕਰਦੀ ਹੈ। ਬਿਲਕੁਲ। ਤੇ ਅਣਖੀ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਕਾਨੂੰਨੀ ਵਿਵਸਥਾ ਦੀ ਗੱਲ ਕੀਤੀ ਆ, ਤਾਂ ਜਦੋਂ ਅਰਵਿੰਦ ਕੇਜਰੀਵਾਲ ਨੇ ਅੱਜ ਜਲੰਧਰ ਪਹੁੰਚਣਾ ਸੀ, ਉਸ ਤੋਂ ਪਹਿਲਾਂ ਬੱਸ ਸਟੈਂਡ ਦੀ ਦੀਵਾਰ ਦੇ ਉੱਤੇ ਖਾਲਿਸਤਾਨ ਲਿਖਿਆ ਨਜ਼ਰ ਆਇਆ ਵੱਡੇ ਅੱਖਰਾਂ 'ਚ। ਪਹਿਲਾਂ ਵੀ ਅਜਿਹੀਆਂ ਘਟਨਾਵਾਂ ਪੰਜਾਬ ਦੇ ਵਿੱਚ ਵਾਪਰ ਚੁੱਕੀਆਂ ਨੇ। ਤਾਂ ਕੀ ਲੱਗਦਾ ਹੈ ਕਿ ਜਿਹੜੀਆਂ ਦੇਸ਼ ਦੇ ਬਾਹਰ ਲੋਕ ਬੈਠੇ ਨੇ, ਦੇਸ਼ ਵਿਰੋਧੀ ਤਾਕਤਾਂ, ਉਹਨਾਂ ਦਾ ਕੋਈ ਕਾਰਨਾਮਾ ਲੱਗਦਾ? ਹਾਲਾਂਕਿ ਇਹਦੇ ਬਾਰੇ ਪੁਸ਼ਟੀ ਕੋਈ ਨਹੀਂ ਹੋਈ। ਜਾਂ ਫਿਰ ਜਿਸ ਤਰੀਕੇ ਨਾਲ ਨਵੀਂ ਮਾਨ ਸਰਕਾਰ ਬਣੀ ਆ, ਅਜੇ ਥੋੜ੍ਹੇ ਮਹੀਨੇ ਹੋਏ ਨੇ ਪੰਜਾਬ ਦੇ ਅੰਦਰ, ਕਿ ਇਹਦੀ ਜਿਹੜੀ ਸ਼ੱਕ ਦੀ ਸੂਈ ਆ ਉਹ ਵਿਰੋਧੀ ਪਾਰਟੀਆਂ ਵੱਲ ਨੂੰ ਜਾਂਦੀ ਆ? ਚੱਠਾ ਸਾਹਿਬ ਦੇਖੋ, ਇਹ ਸੂਈਆਂ ਜਿਹੜੀਆਂ ਜਾਂਦੀਆਂ ਨੇ ਇਹ ਸ਼ਰਾਰਤੀ ਅਨਸਰ ਜਿਹੜੇ ਹੁੰਦੇ ਨੇ ਉਹਨਾਂ ਵੱਲ ਅਸੀਂ ਕਹਿ ਸਕਦੇ ਹਾਂ, ਕਿਉਂਕਿ ਖਾਲਿਸਤਾਨ ਜਿੰਦਾਬਾਦ ਕਿਸੇ ਕਦੀ ਕਿਸੇ ਕੰਨ ਤੇ ਲਿਖਦਾ, ਕਦੀ ਕਿਸੇ ਕੰਨ ਤੇ ਲਿਖ ਦਿੱਤਾ। ਇਹਦੇ ਨਾਲ ਕੀ ਫਰਕ ਪੈਣਾ? ਜੇ ਮਾਨ ਸਾਹਿਬ ਵਰਗੇ ਸ਼ਰੇਆਮ ਸਿਮਰਜੀਤ ਸਿੰਘ ਮਾਨ ਵਰਗੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾ ਸਕਦੇ ਆ, ਦਰਬਾਰ ਸਾਹਿਬ 'ਚ 6 ਜੂਨ ਨੂੰ ਰੱਖ ਸਕਦੇ ਆ, ਤੇ ਜੇ ਕੰਨ ਤੇ ਲਿਖ ਵੀ ਦਿੱਤਾ ਤਾਂ ਇਹਦੇ ਨਾਲ ਕਿਹੜੀ ਇਹੋ ਜਿਹੀ ਜਿਹੜੀ ਸਥਿਤੀ ਆ ਪੈਦਾ ਹੋ ਸਕਦੀ? ਇਹ ਅਸਲ ਦੇ ਵਿੱਚ ਤੁਸੀਂ ਵਿਰੋਧੀ ਪਾਰਟੀਆਂ ਦੀ, ਰਵਾਇਤੀ ਪਾਰਟੀਆਂ ਦੀ ਗੱਲ ਕਰੋ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰ ਨੂੰ ਬਦਨਾਮ ਕਰਦਾ। ਹੁਣ ਵਿਰੋਧੀ ਪਾਰਟੀਆਂ ਸਿੱਧੇ ਤੌਰ ਤੇ ਕਦੀ ਵੀ ਕੋਈ ਜ਼ਿੰਮੇਵਾਰੀ ਲੈਣਗੀਆਂ, ਪਰ ਜਿਹੜੀਆਂ ਦੂਜੇ ਪਾਸੇ ਸ਼ਰਾਰਤੀ ਤੱਤ ਹੁੰਦੇ ਆ, ਜਿਨ੍ਹਾਂ ਦਾ ਮੂਲ ਮਨੋਰਥ ਹੀ ਇਹ ਹੁੰਦਾ ਕਿ ਸਰਕਾਰ ਨੂੰ ਭੰਬਲ-ਭੂਸੇ 'ਚ ਪਾ ਕੇ ਰੱਖੋ, ਸਰਕਾਰ ਦੇ ਵਿੱਚ ਇੱਕ ਜਿਹੜੀ ਇਸ ਤਰ੍ਹਾਂ ਹੋਵੇ ਕਿ ਸਥਿਤੀ ਕਿ ਲੋਕਾਂ 'ਚ ਇੱਕ ਡਰ ਦੀ ਭਾਵਨਾ, ਇੱਕ ਸਹਿਮ ਦੀ ਭਾਵਨਾ ਜਿਹੜੇ ਸ਼ਰਾਰਤੀ ਤੱਤ ਚਾਹੁੰਦੇ ਆ ਉਹੋ ਜਿਹੀ ਹੋਵੇ। ਹੁਣ ਕਿਸੇ ਕੰਨ ਖਾਲਿਸਤਾਨ ਜਿੰਦਾਬਾਦ ਲਿਖਣ ਨਾਲ ਖਾਲਿਸਤਾਨ ਬੰਦ ਥੋੜਾ ਜਾਣਾ। ਗੱਲ ਤਾਂ ਇਹ ਹੈਗੀ ਕਿ ਅਸੀਂ ਪਿਛਲੇ 35 ਸਾਲਾਂ ਤੋਂ ਇਹੋ ਕੁਝ ਸੁਣਦੇ ਆ ਰਹੇ ਹਾਂ। ਅੱਜ ਵੀ ਸਥਿਤੀਆਂ ਉੱਥੇ ਹੀ ਆ ਜਿਹੜੀਆਂ 1984 ਤੋਂ ਪਹਿਲਾਂ ਸਮਝੋ 1984 ਤੋਂ ਮਗਰੋਂ। ਸੋ ਇਹੋ ਜਿਹੇ ਜਿਹੜੇ ਲਿਖਣ ਦਾ ਮਨੋਰਥ ਸਿਰਫ ਤੇ ਸਿਰਫ ਬਿਲਕੁਲ ਆਮ ਲੋਕ ਤਾਂ ਇਹੋ ਹੀ ਕਹਿੰਦੇ ਨੇ, ਜ਼ਿਆਦਾਤਰ ਲੋਕਾਂ ਦਾ ਇਹੋ ਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਫੇਲ ਕਰਨ ਵਾਸਤੇ ਜਿਹੜੀਆਂ ਰਵਾਇਤੀ ਪਾਰਟੀਆਂ ਹਾਰਦੀਆਂ ਨੇ ਉਹਨਾਂ ਦੇ ਜਿਹੜੇ ਅੱਗੇ ਸਮਰਥਕ ਨੇ ਜਾਣ ਬੁੱਝ ਕੇ ਜਿਹਾ ਮਾਹੌਲ ਸਿਰਜਦੇ ਪਏ ਨੇ ਤਾਂ ਜੋ ਲੋਕਾਂ ਦੇ ਵਿੱਚ ਇੱਕ ਸਹਿਮ ਦੀ ਸਮੱਸਿਆ ਪੈਦਾ ਹੋ ਸਕੇ, ਤਾਂ ਜਿਹਦੇ ਨਾਲ ਦੂਜੀਆਂ ਪਾਰਟੀਆਂ ਫਿਰ ਆਪੋ ਆਪਣੇ ਨਿਰਧਾਰਤ ਏਜੰਡਿਆਂ ਦੇ ਨਾਲ ਸਾਹਮਣੇ ਆ ਸਕਣ। ਸੋ ਬੜੀਆਂ ਗੱਲਾਂ ਇਹੋ ਜਿਹੀਆਂ ਜਿਹੜੀਆਂ ਬੀਤੇ ਦੌਰ ਤੇ ਵਿੱਚ ਨੇ ਜਾਂ ਹੁਣ ਵੀ ਨੇ। ਹੁਣ ਤੁਸੀਂ ਇੱਕ ਹੋਰ ਗੱਲ ਆਪਾਂ ਚਰਚਾ 'ਚ ਗੱਲ ਕਰ ਦਈਏ। ਕੱਲ ਦਰਬਾਰ ਸਾਹਿਬ ਦੇ ਵਿੱਚ ਭਾਈ ਦਿਲਾਵਰ ਸਿੰਘ ਜਿਹੜਾ ਸੀ ਬੇਅੰਤ ਸਿੰਘ ਹੱਤਿਆਕਾਂਡ ਦੇ ਵਿੱਚ ਜਿਹੜਾ ਮਾਰਿਆ ਗਿਆ, ਉਹਦੀ ਫੋਟੋ ਜਿਹੜੀ ਆ ਕੱਲ ਅਜਾਇਬ ਘਰ ਵਿੱਚ ਲਾਈ ਗਈ ਹੈ। ਹੁਣ ਇਹ ਵੀ ਪ੍ਰਸ਼ਨ ਹੈਗਾ ਕਿ ਪਹਿਲਾਂ ਸਰਕਾਰਾਂ ਦੇ ਸਮੇਂ ਉਹ ਕਿਉਂ ਨਹੀਂ ਲਾਈ ਗਈ? ਨਾ ਸਿਮਰਜੀਤ ਸਿੰਘ ਮਾਫ ਕਰਦਾ, ਨਾ ਕੈਪਟਨ ਅਮਰਿੰਦਰ ਸਿੰਘ ਸਮੇਂ ਲਾਈ ਗਈ, ਨਾ ਅਕਾਲੀਆਂ ਦੇ ਸਮੇਂ ਲਾਈ ਗਈ। ਹੁਣ ਹੀ ਕਿਉਂ ਲਾਈ ਗਈ? ਤੇ ਜਦੋਂ ਉਦੋਂ ਲਾਈ ਗਈ ਜਦੋਂ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਹੋਣੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਪਏ ਨੇ, ਰਾਜੂਆਣੇ ਦੀ ਭੈਣ ਜਿਹੜੀ ਚੋਣ ਲੜਦੀ ਪਈ ਆ, ਇਹੋ ਜਿਹੇ ਸਮੇਂ ਦੇ ਵਿੱਚ ਇਹੋ ਜਿਹੀ ਫੋਟੋ ਭਾਈ ਦਿਲਾਵਰ ਸਿੰਘ ਦੀ ਲਾ ਕੇ ਕੀ ਰਾਜਸੀ ਲਾਹਾ ਲੈਣਾ ਜਾਂ ਕੀ ਨਹੀਂ ਲੈਣਾ, ਲੋਕ ਚੱਠਾ ਸਾਹਿਬ ਸਭ ਕੁਝ ਸਮਝਦੇ ਆ। ਪਰ ਤੁਸੀਂ ਬੜੀ ਵਧੀਆ ਗੱਲ ਕੀਤੀ। ਆਪਾਂ ਚਲੋ ਕਥਾ ਤੌਰ ਤੇ ਤਾਂ ਕਹਿ ਸਕਦੇ ਕਿ ਲੋਕਾਂ ਦੇ ਇਸ਼ਾਰੇ ਜਿਹੜੇ ਵਿਰੋਧੀ ਪਾਰਟੀਆਂ ਵੱਲ ਹੀ ਜਾਂਦੇ ਨੇ, ਪਰ ਚੱਠਾ ਸਾਹਿਬ ਲੋਕ ਅੱਜ ਦੀ ਤਰੀਕ 'ਚ ਬਹੁਤ ਸਿਆਣੇ ਆ। ਲੋਕਾਂ ਨੂੰ ਪਤਾ ਕੋਈ ਕੀ ਕਰ ਰਿਹਾ ਜਾਂ ਕੀ ਨਹੀਂ ਕਰ ਰਿਹਾ। ਹੁਣ ਬੇਸ਼ੱਕ ਭਾਈ ਦਿਲਾਵਰ ਸਿੰਘ ਦੀ ਜਦੋਂ ਫੋਟੋ ਲੱਗੀ, ਕਿਸੇ ਨੂੰ ਚਲੋ ਕੀ ਇਤਰਾਜ਼ ਹੋ ਸਕਦਾ, ਜਿਹੜੀ ਤੁਸੀਂ ਮਰਜ਼ੀ ਲਾਓ, ਪਰ ਹੁਣ ਜੇਕਰ ਲੱਗਦੀ ਹੈ ਸ਼੍ਰੋਮਣੀ ਕਮੇਟੀ ਵੱਲੋਂ ਲਾਈ ਹੈ, ਸੁਖਬੀਰ ਸਿੰਘ ਬਾਦਲ ਕਹਿ ਦੂਗਾ ਕਿ ਸ਼੍ਰੋਮਣੀ ਕਮੇਟੀ ਨੇ ਲਾਈ ਆ। ਹੁਣ ਸ਼੍ਰੋਮਣੀ ਕਮੇਟੀ ਹੈ ਕਿਹਨਾਂ ਦੀ? ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ। ਇਸ ਦਾ ਮਤਲਬ ਬਾਦਲ ਫਿਰ ਉਹਨਾਂ ਜਿਹੜੇ ਬੁਨਿਆਦੀ ਉਹਨਾਂ ਲੋਕਾਂ ਦੇ ਨਾਲ ਖੜਾ ਨਜ਼ਰ ਆ ਰਿਹਾ ਕਿ ਜਿਨ੍ਹਾਂ ਨੂੰ ਇੱਕ ਧਿਰ ਕੁਝ ਹੋਰ ਸਮਝ ਰਹੀ ਹੈ। ਹੁਣ ਇਸ ਗੱਲ ਦੇ ਵਿੱਚ ਰਵਨੀਤ ਸਿੰਘ ਬਿੱਟੂ ਦਾ ਕੀ ਪ੍ਰਤੀਕਰਮ ਹੁੰਦਾ ਉਹ ਵੇਖਣਾ ਹੋਵੇਗਾ। ਸੋ ਇਹੋ ਜਿਹੀ ਜਿਹੜੀਆਂ ਸਥਿਤੀਆਂ ਨੇ ਕੇਵਲ ਤੇ ਕੇਵਲ ਮਾਹੌਲ ਨੂੰ ਖਰਾਬ ਕਰਨ ਦੇ ਸਬੰਧ ਦੇ ਵਿੱਚ ਲਿਖੀਆਂ ਜਾ ਸਕਦੀਆਂ ਨੇ। ਇਹਨਾਂ ਦੇ ਦੂਰਗਾਮੀ ਪ੍ਰਭਾਵ ਜਿਹੜੇ ਆ ਉਹ ਨਜ਼ਰ ਨਹੀਂ। ਜੀ
ਬਿਲਕੁਲ ਤਾਂ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਜਿਹੇ ਮੁੱਦਿਆਂ ਦੇ ਉੱਤੇ ਵੀ ਹੁਣ ਸਿਆਸਤ ਹੁੰਦੀ ਨਜ਼ਰ ਆ ਰਹੀ ਹੈ। ਤੇ ਅਣਖੀ ਸਾਹਿਬ, ਜਿਸ ਤਰੀਕੇ ਦੇ ਨਾਲ ਅੱਜ ਡਾਕਟਰ ਨਵਜੋਤ ਕੌਰ ਸਿੱਧੂ ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ ਨਵਜੋਤ ਸਿੰਘ ਸਿੱਧੂ ਦੇ ਬਾਰੇ, ਜੋ ਭਾਵੁਕਤਾ ਦਿਖਾਈ ਗਈ ਹੈ ਉਸ ਟਵੀਟ ਦੇ ਵਿੱਚ, ਕਿਉਂਕਿ ਅੱਜ ਉਹਨਾਂ ਦਾ ਜਨਮ ਦਿਨ ਸੀਗਾ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਡਾਕਟਰ ਨਵਜੋਤ ਕੌਰ ਸਿੱਧੂ ਦਾ ਜਿਹੜਾ ਟਵੀਟ ਨਵਜੋਤ ਸਿੰਘ ਸਿੱਧੂ ਦੇ ਸੰਬੰਧ ਵਿੱਚ ਆਇਆ, ਬੜੇ ਬੜਾ ਭਾਵੁਕ ਟਵੀਟ ਹੈਗਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਬੰਦਾ ਉਹ ਆ ਕਿ ਜਿਹੜਾ ਹਮੇਸ਼ਾ ਮਤਲਬ ਅਨਿਆਂ ਦੇ ਵਿਰੁੱਧ ਡਟ ਕੇ ਖਲੋਂਦਾ ਰਿਹਾ, ਗੈਰ ਕਾਨੂੰਨੀ ਜੋ ਵੀ ਕਾਰਵਾਈਆਂ 'ਚ ਗਤੀਵਿਧੀਆਂ ਹੁੰਦੀਆਂ ਰਹੀਆਂ ਉਹਦੇ ਖਿਲਾਫ ਹਮੇਸ਼ਾ ਇਸਨੇ ਆਵਾਜ਼ ਉਠਾਈ ਆ, ਔਰ ਹੱਕ ਤੇ ਸੱਚ ਦੀ ਆਵਾਜ਼ ਬਣ ਕੇ ਲੋਕਾਂ ਦੇ ਵਿੱਚ ਇਸਨੇ ਆਪਣੀ ਇੱਕ ਅਲੱਗ ਪਹਿਚਾਣ ਜਿਹੜੀ ਆ ਨਵਜੋਤ ਸਿੱਧੂ ਨੇ ਬਣਾਈ ਆ। ਜਿਹੜਾ ਵਿਅਕਤੀ ਸਮਾਜ ਵਾਸਤੇ, ਕੌਮ ਵਾਸਤੇ, ਆਪਣੀ ਪਾਰਟੀ ਵਾਸਤੇ ਤੇ ਖਾਸ ਤੌਰ ਤੇ ਲੋਕਾਂ ਵਾਸਤੇ ਜਿੱਥੇ ਹਮੇਸ਼ਾ ਲੜਦਾ ਰਿਹਾ, ਬੇਸ਼ੱਕ ਹਾਈ ਕਮਾਂਡ ਦੇ ਖਿਲਾਫ ਉਹ ਲੜਦਾ ਰਿਹਾ ਆਪਣੀ ਹਾਈ ਕਮਾਂਡ ਦੇ ਨਾਲ, ਉੱਥੇ ਉਸ ਵਿਅਕਤੀ ਦਾ ਇੰਨੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਆਪਣੇ ਪਰਿਵਾਰ ਦੇ ਪ੍ਰਤੀ ਉਸਦੀ ਕੀ ਭੂਮਿਕਾ ਸੀ, ਜਿਸ ਦੀ ਉਸ ਭੂਮਿਕਾ ਨੂੰ ਯਾਦ ਕਰਦੇ ਆ ਅੱਜ ਦੇ ਦਿਨ ਉਹਨਾਂ ਦੀ ਜੇਕਰ ਪਤਨੀ ਪਾਪਕ ਹੁੰਦੀ ਆ ਤਾਂ ਇਹ ਸਹੀ ਗੱਲ ਆ ਕਿ ਇਹ ਉਹ ਅਸੀਂ ਕਹਿ ਸਕਦੇ ਉਹ ਸ਼ਖਸੀਅਤ ਦਾ ਉਹ ਸਨਮਾਨ ਆ ਕਿ ਜਿਹੜਾ ਵਿਅਕਤੀ ਬਾਹਰੀ ਜ਼ਿੰਦਗੀ ਦੇ ਨਾਲ ਨਾਲ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਬਾਖੂਬੀ ਨਿਭਾਉਂਦਾ ਰਿਹਾ, ਚਾਹੇ ਉਹ ਜ਼ਿੰਮੇਵਾਰੀ ਇੱਕ ਪਤੀ ਦੀ ਸੀ, ਚਾਹੇ ਉਹ ਜ਼ਿੰਮੇਵਾਰੀ ਇੱਕ ਪਿਤਾ ਦੀ ਸੀ, ਚਾਹੇ ਉਹ ਜ਼ਿੰਮੇਵਾਰੀ ਇੱਕ ਦੋਸਤ ਦੀ ਸੀ। ਸੋ ਇਹਨਾਂ ਤਿੰਨਾਂ ਸ਼ਖਸੀਅਤਾਂ ਇਸ ਭਾਵਕ ਟਿੱਪਣੀ ਜਿਹੜੀ ਆ, ਜਿਹੜਾ ਟਵੀਟ ਆਫ ਦੇ ਜਨਮ ਦਿਨ ਤੇ ਉਹਨੇ ਨਵਜੋਤ ਸਿੱਧੂ ਦੇ ਪਰਸਨੈਲਿਟੀ ਦੇ, ਉਹਨਾਂ ਸ਼ਖਸੀਅਤ ਦੇ ਉਹਨਾਂ ਪੱਖਾਂ ਜਾਂ ਉਹਨਾਂ ਪਸਾਰਿਆਂ ਨੂੰ ਪੇਸ਼ ਕੀਤਾ ਜਿੱਥੇ ਉਹ ਸਫਲ ਨੇਤਾ ਆ, ਉੱਥੇ ਨਾਲ ਉਹ ਇੱਕ ਸਫਲ ਪਿਤਾ ਵੀ ਹੈ, ਸਫਲ ਪਤੀ ਵੀ ਹੈ ਤੇ ਸਫਲ ਦੋਸਤ ਵੀ। ਜੀ ਬਹੁਤ ਬਹੁਤ ਸ਼ੁਕਰੀਆ ਅਣਖੀ ਸਾਹਿਬ, ਪ੍ਰੋਗਰਾਮ 'ਚ ਕੀਮਤੀ ਸਮਾਂ ਦੇਣ ਦੇ ਲਈ। ਬਹੁਤ ਬਹੁਤ ਧੰਨਵਾਦ ਚੱਠਾ ਸਾਹਿਬ। ਤਾਂ ਸਾਡੇ ਨਾਲ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ, ਜਿਨ੍ਹਾਂ ਨੇ तमाम ਖਬਰਾਂ ਨੂੰ ਲੈ ਕੇ ਵਿਚਾਰ ਚਰਚਾ ਪ੍ਰੋਗਰਾਮ ਦੇ ਵਿੱਚ ਆਪਣਾ ਯੋਗਦਾਨ ਪਾਇਆ। ਤੇ ਕਮੈਂਟ ਕਰਕੇ ਦਿਓ ਆਪਣੀ ਰਾਏ, ਪ੍ਰੋਗਰਾਮ ਕਿਸ ਤਰੀਕੇ ਦਾ ਲੱਗਿਆ। ਤਾਂ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਦੇਖਦੇ ਰਹੋ ਰੋਜ਼ਾਨਾ ਲੋਕਨਾਟ TV। ਦਿਓ ਇਜਾਜ਼ਤ। ਧੰਨਵਾਦ।